ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਮੈਂ ਰਵਨੀਤ ਕੌਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਅਤੇ ਬਰਖਾਸਤਗੀ ਦਾ ਮੁੱਦਾ ਉੱਠ ਰਿਹਾ ਹੈ, ਮੰਗ ਉੱਠ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਨੂੰ ਲੈ ਕੇ ਅੱਜ 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ। ਇਸ ਬਾਰੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ। ਹਾਂ, ਸ਼ੁਕਰੀਆ ਰਵਨੀਤ। ਸਰ, ਅੱਜ ਦਾ ਰੇਲ ਰੋਕੋ ਅੰਦੋਲਨ ਦਾ ਕੀ ਅਸਰ ਦੇਖਣ ਨੂੰ ਮਿਲਿਆ? ਇਹ ਰੇਲ ਰੋਕੋ ਅਸਲ 'ਚ ਪਹਿਲਾਂ ਦੀ ਪਲਾਨਿੰਗ ਦਾ ਹਿੱਸਾ ਹੈ। ਇੱਕ ਜਦੋਂ ਲਖੀਮਪੁਰ ਘਟਨਾ ਵਾਪਰੀ ਹੈ, 12 ਤਰੀਕ ਨੂੰ ਸੰਸਕਾਰ ਸੀਗਾ। ਫਿਰ ਜਿਹੜੇ 4 ਕਿਸਾਨ, ਇੱਕ ਪੱਤਰਕਾਰ ਅਤੇ 3 BJP ਵਾਲੇ ਵੀ, ਉਸ 'ਚ 8 ਬੰਦਿਆਂ ਦੀ ਜਿਹੜੀ ਮੌਤ ਹੁੰਦੀ ਹੈ। ਔਰ ਗੱਡੀ ਨਾਲ ਦਰੜ ਕੇ ਮੌਤ ਕੀਤੀ, ਮਤਲਬ ਬੰਦਿਆਂ ਨੂੰ ਇਸ ਢੰਗ ਨਾਲ ਮਾਰਿਆ ਜਾਂਦਾ। ਉਹ ਨਾਰਮਲ ਕਤਲ ਨਹੀਂ ਸੀ, ਉਹਦੇ ਨਾਲ ਰੋਸ ਹੋਣਾ ਸੁਭਾਵਿਕ ਸੀਗਾ। ਅਤੇ ਉਹਨਾਂ ਦੇ ਭੋਗ ਦੇ ਤੋਂ ਪਹਿਲਾਂ ਹੀ ਪਲਾਨਿੰਗ ਬਣੀ ਸੀ। ਫਿਰ ਭੋਗ ਦੇ ਉੱਤੇ ਐਲਾਨਿਆ ਗਿਆ ਕਿ 18 ਅਕਤੂਬਰ ਨੂੰ ਅਸੀਂ ਰੇਲਾਂ ਰੋਕਾਂਗੇ। ਜੇਕਰ ਉਦੋਂ ਤੱਕ ਤਾਂ ਉਹ ਵੀ ਨਹੀਂ ਸੀ ਫੜਿਆ, ਉਹਦਾ ਜਿਹੜਾ ਬੇਟਾ ਵੀ ਆਸ਼ੀਸ਼ ਮਿਸ਼ਰਾ ਵੀ ਫੜ ਲਿਆ ਸੀ। ਭੋਗ ਤੋਂ ਇੱਕ ਦਿਨ ਪਹਿਲਾਂ ਫੜਿਆ ਅਤੇ ਉਸ ਤਰੀਕੇ ਦੇ ਨਾਲ ਹੋਇਆ। ਅਤੇ ਉਸ ਤੋਂ ਬਾਅਦ ਜਿਹੜਾ ਮੰਤਰੀ ਆਪਣੇ ਅਹੁਦੇ 'ਤੇ ਕਾਇਮ ਹੈ, ਹਜੇ ਤੱਕ ਵੀ ਕਾਇਮ ਹੈ, ਉਦੋਂ ਦੀ ਤਾਂ ਗੱਲ ਛੱਡੋ। ਤਾਂ ਇਹ ਅੰਦੋਲਨ ਜਿਹੜਾ ਫਿਰ ਉਸ ਦੇ ਇਹ ਅਸਲ ਦੇ ਵਿੱਚ ਇੱਕ ਬੜਾ ਵੱਡਾ ਸੱਦਾ ਸੀਗਾ ਕਿਸਾਨ ਅੰਦੋਲਨ ਦਾ, ਸੰਯੁਕਤ ਕਿਸਾਨ ਮੋਰਚੇ ਦਾ। ਉਦੋਂ ਬਾਅਦ ਦੇਸ਼ ਵਿਆਪੀ ਅੱਜ ਜਿੰਨੀਆਂ ਰਿਪੋਰਟਾਂ ਹੁਣ ਤੱਕ ਆਈਆਂ ਨੇ, ਇਹ ਕਿਹਾ ਗਿਆ ਕਿ 160 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ, ਜਿਹੜੀਆਂ ਵੱਖ-ਵੱਖ ਥਾਵਾਂ 'ਤੇ। ਯੂਪੀ ਦੇ ਵਿੱਚ ਵੀ ਮੁਜ਼ੱਫਰਾਨਗਰ, ਲਖਨਊ ਜਾਂ ਇੱਧਰ ਉੱਧਰ, ਅਤੇ ਪੰਜਾਬ ਹਰਿਆਣਾ 'ਚ ਦੋਨਾਂ 'ਚ ਹੀ 50 ਜਗ੍ਹਾ ਮੰਨਿਆ ਜਾ ਰਿਹਾ ਕਿ ਵੱਖ-ਵੱਖ ਥਾਵਾਂ 'ਤੇ ਟ੍ਰੇਨਾਂ ਰੋਕੀਆਂ ਗਈਆਂ ਨੇ। ਔਰ ਕਿਉਂਕਿ ਇਹ ਐਲਾਨ ਪਹਿਲਾਂ ਸੀ, ਬਿਨਾਂ ਸ਼ੱਕ ਟ੍ਰੇਨਾਂ ਦਾ ਇੱਕ ਅਸਰ ਦਿਖਾਈ ਦੇ ਰਿਹਾ ਹੈ। 6 ਘੰਟੇ ਦਾ ਹੀ ਸੀ, 10 ਤੋਂ ਲੈ ਕੇ 4 ਵਜੇ ਤੱਕ। ਔਰ ਉਹ 6 ਘੰਟੇ ਦਾ ਇਹ ਦਬਾਅ ਪਾਉਣ ਲਈ ਸੀ ਗੌਰਮੈਂਟ ਆਫ ਇੰਡੀਆ 'ਤੇ ਕਿ ਉਹ ਬੰਦਿਆਂ ਨੂੰ ਫੜਿਆ ਜਾਏ, ਮੰਤਰੀ ਨੂੰ ਬਰਖਾਸਤ ਕੀਤਾ ਜਾਏ ਅਤੇ ਮੰਤਰੀ ਨੂੰ ਅਰੈਸਟ ਕੀਤਾ ਜਾਏ। ਔਰ ਅਜੇ ਤੱਕ ਇੱਕ ਹੋਰ ਵੀ ਬੜੀ ਮਤਲਬ ਇਸ ਲੈਵਲ ਦੀ ਔਖੀ ਗੱਲ ਦੇਖੀ ਜਾ ਸਕਦੀ ਹੈ, ਜਾਂ ਇਸ ਲੈਵਲ ਦੀ ਜਦੋਂ ਮਾਨਸਿਕਤਾ ਦੇਖੀ ਜਾ ਸਕਦੀ ਹੈ ਕਿ ਐਡੇ ਵੱਡੇ ਕਾਂਡ ਦੇ ਬਾਵਜੂਦ ਨਾ ਪ੍ਰਧਾਨ ਮੰਤਰੀ, ਨਾ ਗ੍ਰਹਿ ਮੰਤਰੀ, ਜਿਹੜੇ ਮੇਨ ਬੰਦੇ ਨੇ ਦੇਸ਼ ਦੇ, ਉਹ ਬੋਲੇ ਤੱਕ ਨਹੀਂ ਹੈ। ਔਰ ਉਹਦੇ 'ਤੇ ਜੇ ਬੋਲਣਾ ਪਿਆ, ਘੱਟੋ ਘੱਟ ਦੇਸ਼ ਦੀ ਵਿੱਤ ਮੰਤਰੀ ਵੀ ਅਮਰੀਕਾ ਗਈ ਹੋਈ ਸੀ, ਉੱਥੇ ਦੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਜਾ ਕੇ ਉਹਨੂੰ ਇੰਨਾ ਕੁ ਕਹਿਣਾ ਪਿਆ, ਹਾਂ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ, ਪਰ ਨਿੰਦਾ ਦੇ ਬਾਵਜੂਦ ਬਾਕੀ ਗੱਲਾਂ ਨੂੰ ਵੀ ਦੇਖਣਾ ਚਾਹੀਦਾ, ਹੋਰ ਮਨੁੱਖੀ ਅਧਿਕਾਰਾਂ ਦੇ ਜਿਹੜੇ ਸਵਾਲ ਵੀ ਦੇਖਣੇ ਚਾਹੀਦੇ ਨੇ। ਔਰ ਪ੍ਰਧਾਨ ਮੰਤਰੀ ਨੇ ਮਨੁੱਖੀ ਅਧਿਕਾਰਾਂ ਦੇ ਦਿਨਾਂ 'ਤੇ, ਜਿਹੜਾ ਕਿ 28ਵਾਂ ਉਹਨਾਂ ਦਾ ਸਥਾਪਨਾ ਦਿਵਸ ਸੀ, ਉੱਥੇ ਸਗੋਂ ਇੱਕ ਹੋਰ ਟਾਈਪ ਦੀ ਪਰਿਭਾਸ਼ਾ ਮਨੁੱਖੀ ਅਧਿਕਾਰਾਂ ਦੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਵੀ ਜਿਹੜੀਆਂ ਬਾਕੀ ਗੱਲਾਂ ਨੇ, ਬਾਕੀ ਗੱਲਾਂ ਜਿਹੜੀ ਪ੍ਰਾਇਓਰਟੀ ਹੈ ਮਨੁੱਖੀ ਅਧਿਕਾਰਾਂ ਦੀ, ਉਹਦੇ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਕੁਝ ਲੋਕ ਰਾਜਨੀਤਿਕ ਮਫਾਦਾਂ ਲਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ। ਮੈਂ ਜਿਹੜੀ ਗੱਲ ਕਰਦਾ, ਉਹ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਗੱਲ ਕਰਦਾ। ਇਹਦਾ ਮਤਲਬ ਹੁਣ ਮਨੁੱਖੀ ਅਧਿਕਾਰ ਤੁਸੀਂ ਅਲੱਗ-ਅਲੱਗ ਐਂਗਲ ਤੋਂ ਦੇਖੋਗੇ। ਵੀ ਮੈਂ ਉਹਨਾਂ ਨੂੰ ਟੋਇਲਟ ਦੇਣ ਦੀ ਗੱਲ ਕਰਦਾ, ਮੈਂ ਗੈਸ ਦੇਣ ਦੀ ਗੱਲ ਕਰਦਾ, ਮੈਂ ਬਾਕੀ ਤਾਂ ਕੀ ਕਤਲ ਛੱਡ ਦਿਓ, ਕੀ ਬੋਲਣ ਦਾ ਅਧਿਕਾਰ ਛੱਡ ਦਿਓ, ਕੀ ਬਾਕੀ ਦੀਆਂ ਚੀਜ਼ਾਂ ਛੱਡ ਦਿਓ। ਇਹ ਵੱਡੇ ਮਾਮਲੇ ਨੇ ਜਿਹੜੇ 'ਚ ਡਿਸਕੋਰਸ ਚੱਲਿਆ। ਇਵਨ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਪਰਸਨ ਵੀ ਅਰੁਣ ਮਿਸ਼ਰਾ ਉਸ ਸਮੇਂ ਇਹ ਕਹਿੰਦਾ ਕਿ ਜਿਹੜੇ ਹੋਮ ਮਿਨਿਸਟਰ ਬੈਠੇ ਹੋਏ ਨੇ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਦੂਰ ਅੰਦੇਸ਼ ਸੋਚ ਦੇ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਨਵੇਂ ਯੁੱਗ ਦਾ ਮਨੁੱਖੀ ਅਧਿਕਾਰਾਂ ਦਾ ਆਗਾਜ਼ ਹੋਇਆ। ਜੇ ਉਹਨਾਂ ਨੂੰ ਨਵੇਂ ਯੁੱਗ ਦੇ ਆਗਾਜ਼ ਲੱਗਦੇ ਨੇ ਕਿ ਵਿਦੇਸ਼ੀ ਫੋਰਸਾਂ ਜਿਹੜੀਆਂ ਨੇ, ਵਿਦੇਸ਼ੀ ਤਾਕਤਾਂ ਜਿਹੜੀਆਂ, ਉਹ ਸਾਨੂੰ ਖਰਾਬ ਕਰ ਰਹੀਆਂ ਨੇ। ਹੁਣ ਸਬਕਾ ਸਾਥ ਸਬਕਾ ਵਿਕਾਸ ਵਾਲਾ ਪ੍ਰਧਾਨ ਮੰਤਰੀ ਜਦੋਂ ਗੱਲ ਕਰਦਾ, ਜੇ ਕੱਲ੍ਹ ਹੀ ਰਿਪੋਰਟ ਛਪੀ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਭੁੱਖਮਰੀ ਦੀ ਹਾਲਤ ਦੇ ਵਿੱਚ ਸਾਡਾ ਨੰਬਰ 101 'ਤੇ ਆ ਗਿਆ 116 ਦੇਸ਼ਾਂ ਦੇ ਵਿੱਚੋਂ, ਤਾਂ ਤੁਸੀਂ ਕੀ ਦਿੱਤਾ ਕੋਵਿਡ ਦੇ ਦੌਰਾਨ ਵੀ ਜੇਕਰ ਕੀਤਾ। ਔਰ ਨਾਲ ਇਹ ਵੀ ਆਇਆ ਕਿ ਜਿਹੜੇ ਉਦੋਂ ਪਹਿਲਾਂ ਦੀ ਆਕਸਫਾਰਮ ਦੀ ਰਿਪੋਰਟ ਹੈ ਇਸੇ ਸਾਲ ਦੀ, ਉਹ ਕਹਿੰਦੀ ਹੈ 11 ਅਰਬਪਤੀਆਂ ਦੀ ਆਮਦਨ ਇੰਨੀ ਵੱਧ ਗਈ ਹੈ ਕਿ ਤੁਸੀਂ 10 ਸਾਲ ਤੱਕ ਮਨਰੇਗਾ, 10 ਸਾਲ ਤੱਕ ਹੈਲਥ ਬਜਟ ਚਲਾ ਸਕਦੇ ਹੋ, ਜੇਕਰ ਜਿਹੜੀ ਦੌਲਤ ਇੰਨੀ ਪੈਦਾ ਹੋ ਗਈ ਹੈ। ਇਸੇ ਦੇ ਖਿਲਾਫ ਕਿਸਾਨ ਲੜ ਰਹੇ ਨੇ। ਅਸਲ 'ਚ ਕਿਸਾਨਾਂ ਦੀ ਲੜਾਈ ਕੀ ਹੈ, ਜਿਹਦੇ ਤੋਂ ਜ਼ਿਆਦਾ ਵੱਡਾ ਸੰਕਟ ਖੜ੍ਹਾ ਹੈ? ਉਹ ਕਹਿੰਦੇ ਨੇ ਕਾਰਪੋਰੇਟ ਵਿਕਾਸ ਦਾ ਜਿਹੜਾ ਮਾਡਲ ਹੈ, ਇਹ ਸਾਡੀ ਲੁੱਟ ਕਰਕੇ ਆਮ ਲੋਕਾਂ ਦੀ, ਇਹ ਕੁਝ ਘਰਾਣਿਆਂ ਨੂੰ ਦੇ ਰਿਹਾ, ਅਤੇ ਉਹ ਘਰਾਣੇ ਸਰਕਾਰ ਦੀ ਪਿੱਠ 'ਤੇ ਨੇ।
ਪਰ ਸਰਕਾਰ ਆਏ ਦਿਨ ਉਹਨਾਂ ਘਰਾਣਿਆਂ ਦੀ ਫੇਵਰ ਦੇ ਵਿੱਚ ਗੱਲ ਕਰ ਰਹੀ ਹੈ ਤੇ ਕਿਸਾਨਾਂ ਦੇ ਤੇ ਆਮ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਗੱਲ ਨਹੀਂ ਕਰ ਰਹੀ। ਇਸ ਸੰਦਰਭ 'ਚ ਅੱਜ ਦਾ ਜਿਹੜਾ ਇਹ ਬੰਦ ਸੀ ਇਹ ਕਾਫੀ ਮਹੱਤਵਪੂਰਨ ਰਿਹਾ। ਲੋਕਾਂ ਦੀ ਸਪੋਰਟ ਉਸ ਪੱਧਰ 'ਤੇ ਆ, ਜਿਹੜੇ ਲੋਕ ਇਹ ਕਹਿੰਦੇ ਨੇ ਵੀ ਸ਼ਾਇਦ ਹੁਣ ਬੰਦੇ ਘਟ ਗਏ, ਹੁਣ ਅੰਦੋਲਨ ਨਾਲ ਬੰਦੇ ਨਹੀਂ ਰਹੇ। ਅੱਜ ਦੇ ਬੰਦ ਨੇ ਸਾਬਤ ਕੀਤਾ ਰੇਲ ਲੋਕੋ ਨੇ ਕਿ ਨਹੀਂ, ਜਦੋਂ ਵੀ ਕਿਸਾਨਾਂ ਨੂੰ ਕੋਈ ਸੱਦਾ ਆਉਂਦਾ ਬਾਵਜੂਦ ਉਹਦੇ ਹੋਇਆ ਇਹ ਹੁਣ ਬਹੁਤ ਸੀਜ਼ਨ ਪੀਕ 'ਤੇ ਹੈ। ਮਤਲਬ ਸਾਉਣੀ ਦੀ ਜਿਹੜੀ ਝੋਨੇ ਦੀ ਕਟਾਈ ਹੈ ਤੇ ਆਲੂਆਂ ਦੀ ਬਿਜਾਈ ਹੈ, ਇਹ ਬਹੁਤ ਪੀਕ 'ਤੇ ਹੈ ਇਸ ਸਮੇਂ। ਉਹਦੇ ਬਾਵਜੂਦ ਐਡਾ ਵੱਡਾ ਐਕਸ਼ਨ ਨੂੰ ਲੋਕਾਂ ਦਾ, ਇਹਦਾ ਮਤਲਬ ਲੋਕਾਂ ਦਾ ਦਿਲੋਂ ਸਮਰਥਨ ਇਸ ਅੰਦੋਲਨ ਨਾਲ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਰੇਲ ਰੋਕੋ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਖਿਲਾਫ ਕੌਮੀ ਸੁਰੱਖਿਆ ਕਾਨੂੰਨ ਯਾਨੀ NSA ਤਹਿਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਦਾ ਕੀ ਅਸਰ ਹੋ ਸਕਦਾ ਹੈ? ਅਸਲ ਦੇ ਵਿੱਚ ਇਹੀ ਹੈ ਕਿ ਗੌਰਮੈਂਟ ਨੇ ਹਮੇਸ਼ਾ ਸ਼ੁਰੂ ਤੋਂ ਕਿਸਾਨਾਂ ਨਾਲ ਟਕਰਾਅ ਦੀ ਲਾਈਨ ਲਈ ਹੈ, ਚਾਹੇ ਉਹ ਹਰਿਆਣਾ ਗੌਰਮੈਂਟ ਸੀ ਜਾਂ ਯੂਪੀ ਹੈ ਜਾਂ ਈਵਨ ਕੇਂਦਰ ਸਰਕਾਰ ਵੀ ਇੱਕ ਹੱਦ ਤੱਕ। ਤੁਸੀਂ ਦੇਖੋ ਕਿ ਜਦੋਂ ਕਿਸਾਨ ਇੱਥੋਂ ਲਗਭਗ 1 ਸਾਲ ਪਹਿਲਾਂ 26 ਨਵੰਬਰ ਨੂੰ ਇੱਥੋਂ ਜਾਂਦੇ ਨੇ ਕਿ ਆਪਾਂ ਉੱਥੇ ਜਾਣਾ, ਦਿੱਲੀ ਜਾਣਾ ਹੈ, ਤਾਂ ਰਸਤੇ ਦੇ ਵਿੱਚ ਖਾਈਆਂ ਪੱਟੀਆਂ ਗਈਆਂ, ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਔਰ ਉਸ ਦੇ ਨਾਲ ਦੀ ਨਾਲ ਕਿੱਲਾਂ ਠੋਕ ਦਿੱਤੀਆਂ ਗਈਆਂ, ਲਾਠੀ ਚਾਰਜ ਕੀਤਾ, ਵਾਟਰ ਕੈਨਨ ਯੂਜ ਕੀਤਾ, ਉਹ ਸਾਰਾ ਕੁਝ ਕੀਤਾ। ਕਿਸਾਨ ਫਿਰ ਵੀ ਸ਼ਾਂਤਮਈ ਰਹੇ ਤੇ ਉੱਥੇ ਤੱਕ ਜਾ ਕੇ ਸ਼ਾਂਤਮਈ ਸਾਰਾ ਕੁਝ ਕਰ ਰਹੇ ਨੇ। ਫਿਰ ਉੱਥੇ ਜਾ ਕੇ ਵੀ ਕਦੇ ਖਾਲਿਸਤਾਨੀ ਨੇ, ਕਦੇ ਕਮਿਊਨਿਸਟ ਨੇ, ਮਾਓਵਾਦੀ ਨੇ, ਕਦੇ ਪਾਕਿਸਤਾਨੀ ਨੇ ਸਪੋਰਟਰ ਨੇ, ਕਦੇ ਅਰਬਨ ਨਕਸਲੀ ਨੇ, ਮਤਲਬ ਉਹਨੂੰ ਟਕਰਾ ਕਿਵੇਂ ਪੈਦਾ ਕਰਕੇ ਤੇ ਉਹਦੇ 'ਤੇ ਜ਼ਬਰ ਕੀਤਾ ਜਾਏ, ਉਸ ਲਾਈਨ 'ਤੇ ਰਹੀ। ਤੇ ਯੂਪੀ ਸਰਕਾਰ ਹੁਣ ਇਹਦੇ 'ਚੋਂ ਵੀ ਨਜ਼ਰ ਆ ਰਿਹਾ ਕਿ ਜੇ ਤੁਸੀਂ ਕਿਸਾਨਾਂ ਨਾਲ ਟਕਰਾਅ ਵਾਲੇ ਮਾਨਸਿਕਤਾ ਨਾ ਲੈਂਦੇ ਹੋਏ, ਆਪਣੇ ਕੋਲ ਪਹਿਲਾਂ ਇੱਥੇ ਕਰਨਾਲ ਦੇ ਵਿੱਚ ਇੱਕ SDM ਨੇ ਕਿਹਾ ਕਿ ਸਿਰ ਫੁੱਟਣੇ ਚਾਹੀਦੇ ਨੇ। ਇਹ ਤੋਂ ਬਾਅਦ ਚੀਫ ਮਿਨਿਸਟਰ ਨੇ ਚਾਹੇ ਉਹ ਬਿਆਨ ਆਪਦਾ ਵਾਪਸ ਲੈ ਲਿਆ, ਹੁਣ ਕਹਿੰਦਾ, ਪਰ ਜਿਹੜਾ ਕਹਿੰਦੇ ਨੇ ਵੀ ਇੱਕ ਵਾਰ ਜਿਹੜਾ ਕਮਾਨੋਂ ਨਿਕਲਿਆ ਤੀਰ ਜਿਹੜਾ ਉਹ ਅਸਰ ਕਰਦਾ ਨਾ ਹੇਠਾਂ ਤੱਕ, ਜਿਹੜੇ ਤੁਹਾਡੇ ਕਰਿੰਦੇ ਹੁੰਦੇ ਨੇ ਉਹਨਾਂ 'ਤੇ। ਜਦੋਂ ਤੁਸੀਂ ਕਹਿ ਰਹੇ ਹੋ 500 700 1000 ਹਰ ਹਲਕੇ 'ਚ ਬੰਦਾ ਲੱਠ ਵਾਲਾ ਤਿਆਰ ਰੱਖੋ, ਆਪਾਂ ਜੈਸੇ ਕੋ ਤੈਸਾ ਕਰੋ, ਜੇਲ੍ਹ ਚਲੇ ਜਾਓਗੇ ਤਾਂ ਵੀ ਕੋਈ ਗੱਲ ਨਹੀਂ, ਤੇ ਉਸ ਤੋਂ ਬਾਅਦ ਹੀਰੋ ਬਣ ਕੇ ਆਓਗੇ, ਇਹ ਨਸੀਹਤ ਇੱਕ ਚੁਣੀ ਹੋਈ ਸਰਕਾਰ ਦਾ ਚੀਫ ਮਿਨਿਸਟਰ ਦੇ ਰਿਹਾ। ਤੇ ਫਿਰ ਯੂਪੀ ਦੇ ਵਿੱਚ ਤੁਹਾਡਾ ਉਹੀ ਜਿਹੜਾ ਸਟੇਟ ਹੋਮ ਮਿਨਿਸਟਰ ਹੈ ਜਿਹਨੂੰ ਉਹ ਬਰਖਾਸਤੀ ਦੀ ਮੰਗ ਕਰ ਰਹੇ ਨੇ, ਉਹ 25 ਸਤੰਬਰ ਨੂੰ ਕਹਿ ਰਿਹਾ ਕਿ ਮੇਰੇ ਏਰੀਏ 'ਚ ਜੇ ਕਿਸੇ ਨੇ ਜੁਰਤ ਕੀਤੀ, ਮੇਰੇ ਸਾਹਮਣੇ ਆਓ, ਮੈਂ 2 ਮਿੰਟ 'ਚ ਤੁਹਾਨੂੰ ਦਿਖਾ ਦੂੰਗਾ ਕਿ ਇਹ ਲਖੀਮਪੁਰ ਛੱਡਣਾ ਪੈ ਸਕਦਾ। ਔਰ ਮੇਰੀ ਪਿਛੋਕੜ ਨਹੀਂ ਤੁਸੀਂ ਜਾਣਦੇ, ਜਦੋਂ ਮੈਂ MLA MP ਨਹੀਂ ਸੀ ਮੇਰਾ ਕੀ ਹੈ, ਤਾਂ ਪਿਛੋਕੜ ਕੀ ਹੈ? ਤੁਸੀਂ ਅਪਰਾਧੀ ਬੰਦੇ ਹੋ, ਪਿਛੋਕੜ ਚੋਰ ਤਾਂ ਕੀ ਹੈ? ਪਹਿਲਾਂ ਵੀ 302 ਦਾ ਕਤਲ ਦਾ ਪਰਚਾ ਤੁਹਾਡੇ 'ਤੇ ਹੈ, ਪਹਿਲਾਂ ਵੀ ਕਰਪਸ਼ਨ ਦੇ ਚਾਰਜਿਸ ਤੁਹਾਡੇ 'ਤੇ ਨੇ, ਹੋਰ ਤਾਂ ਕੀ ਹੋ ਸਕਦਾ? ਇਹ ਟਕਰਾਅ ਹੈ। ਫਿਰ ਉਸੇ ਦਿਨ ਸੇਮ ਡੇ ਜਿੱਦਣ ਵਾਪਰਦੀ ਹੈ ਘਟਨਾ, ਉਹ ਐਵੇਂ ਅੰਗੂਠਾ ਦਿਖਾ ਕੇ ਉਹਦੀ ਗੱਡੀ, ਖੁਦ ਮੰਤਰੀ ਬੱਚਿਆਂ ਵਾਂਗ ਐਂ ਕਰਦਾ ਹੁੰਦਾ ਜੇਕਰ ਵੀ ਤੁਸੀਂ ਚੜਾ ਕੇ ਨਿਕਲ ਰਹੇ ਹੋ ਉਸ ਪੱਧਰ ਦੇ ਉੱਤੇ। ਕਿਸਾਨਾਂ ਨੇ ਉਹ ਚੁਣੌਤੀ ਉਹਦੀ ਸਵੀਕਾਰ ਕੀਤੀ। ਉਹਦਾ ਜਿਹੜਾ ਡਿਪਟੀ ਚੀਫ ਮਿਨਿਸਟਰ ਹੈ ਉਹਨੂੰ ਉੱਤਰ ਨਹੀਂ ਦਿੱਤਾ ਹੈਲੀਪੈਡ 'ਤੇ ਆ ਕੇ, ਉਹਦੇ 'ਚੋਂ ਹੀ ਖੁਦ ਖਾ ਕੇ ਉਸੇ ਟਕਰਾਅ 'ਚੋਂ ਇਹ ਮੌਤਾਂ ਹੁੰਦੀਆਂ ਨੇ। ਉਸੇ ਟਕਰਾਅ ਦੇ ਵਿੱਚੋਂ ਉਹ ਗੱਡੀ ਜਿਹੜੀ ਚੜਾਈ ਜਾਂਦੀ ਹੈ ਜਿਹਦੇ ਨਾਲ ਦਰਦਨਾਕ ਮੌਤਾਂ ਹੁੰਦੀਆਂ ਨੇ। ਹੁਣ ਵੀ ਯੂਪੀ ਸਰਕਾਰ, ਇਹਦਾ ਮਤਲਬ ਕੀ ਹੈ, ਅੱਗੇ ਟਕਰਾਅ ਵਧਾਉਣਾ ਚਾਹੁੰਦੀ ਹੈ। NSA ਭਲਾ ਕਿਹਦੇ 'ਤੇ ਲਾਇਆ ਜਾਂਦਾ? ਨੈਸ਼ਨਲ ਸਿਕਿਉਰਿਟੀ ਐਕਟ, ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ। ਇਹ ਅੰਦੋਲਨ ਕੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ? ਇਹ ਕੋਈ ਹਥਿਆਰ ਲੈ ਕੇ ਤੁਰੇ ਫਿਰਦੇ ਨੇ? ਇਹ ਕੋਈ ਅਲੱਗ ਦੇਸ਼ ਬਣਾਉਣ ਦੀ ਗੱਲ ਕਰਦੇ ਨੇ? ਇਹ ਕੀ ਕਰ ਰਹੇ ਨੇ ਜਿਹਦੇ 'ਤੇ ਤੁਸੀਂ NSA ਇਸ ਤਰੀਕੇ ਦੇ ਨਾਲ ਲਾਉਣ ਦੀ ਗੱਲ ਕਰਦੇ ਹੋ? ਭੜਕਾਹਟ ਪੈਦਾ ਕਰਨ ਦਾ ਇੱਕ ਕੁਐਸਚਨ ਹੈ ਨਾ। ਔਰ ਜੇਕਰ ਇਹ ਬੋਲੀ ਰਹੀ ਸਰਕਾਰਾਂ ਦੀ ਬੋਲੀ, ਕਹਿੰਦੇ ਨੇ ਕਈ ਵਾਰ ਤਲਵਾਰ ਦੇ ਫੱਟ ਤੋਂ ਵੀ ਜ਼ਿਆਦਾ ਅਸਰ ਕਰਦੀ ਹੈ, ਉਹ ਲੰਮੇ ਦੂਰ ਤੱਕ ਜਾਂਦੀ ਹੈ ਅਤੇ ਦੂਰ ਤੱਕ ਲੋਕਾਂ ਨੂੰ ਪ੍ਰਵੋਕ ਕਰਦੀ ਹੈ। ਔਰ ਕਿਸਾਨ ਅੰਦੋਲਨ ਦੀ ਇਹੀ ਇੱਕ ਖੂਬਸੂਰਤੀ ਹੈ ਕਿ ਬਾਵਜੂਦ ਬਾਰ-ਬਾਰ ਪ੍ਰਵੋਕ ਕਰਨ ਦੇ, ਉਹਨਾਂ ਨੂੰ ਉਕਸਾਉਣ ਦੇ, ਉਹ ਫਿਰ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੰਨੇ ਲੰਮੇ ਸਮੇਂ ਤੋਂ 750 ਸ਼ਹਾਦਤ ਹੋ ਗਈ ਹੈ, ਇਹਦੇ ਬਾਵਜੂਦ ਉਹ ਸ਼ਾਂਤਮਈ ਨੇ। ਨਹੀਂ ਤਾਂ ਉੱਡਾ ਵੱਡਾ ਜਿੱਦਾਂ ਕਤਲੇਆਮ ਹੋ ਗਿਆ ਸੀ, ਦੰਗੇ ਭੜਕਣੇ ਬੜੇ ਆਰਾਮ ਦੀ ਗੱਲ ਹੋ ਜਾਂਦੀ ਹੈ। ਉਸ ਤੋਂ ਬਾਅਦ ਲੋਕ ਦੁਕਾਨਾਂ ਫੂਕ ਦਿੰਦੇ ਨੇ, ਲੋਕ ਆਲੇ ਦੁਆਲੇ ਦੀਆਂ ਚੀਜ਼ਾਂ ਫੂਕ ਦਿੰਦੇ ਨੇ। ਇਹ ਇੱਕ ਬਹੁਤ ਬੜੀ ਇੱਕ ਗ੍ਰੇਟਨੈਸ ਹੈ, ਮਹਾਨਤਾ ਹੈ ਮੇਰੇ ਖਿਆਲ ਹੈ ਕਿਸਾਨ ਅੰਦੋਲਨ ਦੀ ਸਾਡੀ ਇਸ ਸਦੀ ਦੇ ਵਿੱਚ, ਕਿ ਉਹ ਇੰਨੇ ਗੱਲਾਂ ਦੇ ਬਾਵਜੂਦ ਸਬਰ ਸੰਤੋਖ ਦੇ ਨਾਲ ਆਪਣੀ ਗੱਲ ਮਨਵਾਉਣ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ। ਭਾਜਪਾ ਤੇ ਹੋਰ ਪਾਰਟੀਆਂ ਦੇ ਕੁਝ ਸੀਨੀਅਰ ਆਗੂਆਂ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਵਾਲਾ ਮਸਲਾ ਸੁਲਝਾ ਲਿਆ ਜਾਵੇ। ਇਹਨਾਂ ਅਪੀਲਾਂ ਦਾ ਕੋਈ ਅਸਰ ਕਿਉਂ ਨਹੀਂ ਹੋ ਰਿਹਾ? ਹਾਂ ਬਿਲਕੁਲ, ਅਜੇ ਤਾਂ ਮੈਨੂੰ ਲੱਗਦਾ ਕਿ ਇਹ ਉਲਟੇ ਰਾਹ ਪਏ ਨੇ। ਤੁਸੀਂ ਦੇਖੋ ਮੇਨਕਾ ਗਾਂਧੀ ਤੇ ਵਰੁਣ ਗਾਂਧੀ ਨੇ, ਵਰੁਣ ਗਾਂਧੀ ਪਹਿਲਾਂ ਕਈ ਦਿਨਾਂ ਤੋਂ ਕਹਿੰਦਾ ਆ ਰਿਹਾ ਸੀ ਲਗਾਤਾਰ, ਉਹ ਤਾਂ MP ਨੇ ਇਹਨਾਂ ਦੇ। ਫਿਰ ਚੌਧਰੀ ਬਰਿੰਦਰ ਸਿੰਘ ਸਾਬਕਾ ਮੰਤਰੀ ਰਹੇ ਨੇ, ਫਿਰ ਰਾਓ ਇੰਦਰਜੀਤ
ਤੇ ਇਹੋ ਜਿਹੇ ਕਿੰਨੇ ਹੀ ਬੰਦੇ ਜਿਹੜੇ ਬੰਦਿਆਂ ਨੇ ਮਾੜਾ ਮੋਟਾ ਕਿਸਾਨੀ ਦੇ ਹੱਕ ਦੇ ਵਿੱਚ ਗੱਲ ਕੀਤੀ, ਉਹਨਾਂ ਨੂੰ ਉੱਚੀਆਂ ਪੋਸਟਾਂ ਤੋਂ ਲਾਹ ਦਿੱਤਾ ਗਿਆ, ਸਗੋਂ ਕੱਢ ਦਿੱਤਾ ਗਿਆ। ਤੇ ਹੁਣ ਉਦੋਂ ਬਾਅਦ ਫੇਰ ਦੁਬਾਰਾ ਸ਼ਰਦ ਪਵਾਰ ਵੱਡੇ ਲੀਡਰ ਨੇ, ਦੇਸ਼ ਦੇ ਖੇਤੀਬਾੜੀ ਮੰਤਰੀ ਰਹੇ ਨੇ, ਤੇ ਉਹਨੇ ਕਿਹਾ ਕਿ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ, ਕਿਸਾਨਾਂ ਨਾਲ ਇਸ ਲੈਵਲ ਦਾ ਸਲੂਕ ਨਹੀਂ ਕਰਨਾ ਚਾਹੀਦਾ। ਔਰ ਬਾਰਡਰ ਸਟੇਟ ਹੈ ਪੰਜਾਬ, ਔਰ ਇਦੋਂ ਪਹਿਲਾਂ ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ, ਉਹਦੇ 'ਚੋਂ ਦੇਸ਼ ਦੀ ਇੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਵੀ ਨਿਕਲਿਆ ਆ, ਉਹਦੇ 'ਚੋਂ ਬਾਕੀ ਦੇ ਲਾਸ ਵੀ ਨਿਕਲਿਆ ਹੈ। ਤੇ ਤੁਸੀਂ ਦੇਸ਼ ਨੂੰ ਅਸਥਿਰ ਕਰਨ ਦੇ ਪਾਸੇ ਨਾ ਚੱਲੋ, ਤੇ ਉਸ ਪਾਸੇ ਵੱਲ ਧੱਕ ਰਹੇ ਹੋ ਜੇਕਰ ਉਹਨਾਂ ਦੀ ਸੁਣਵਾਈ ਨਹੀਂ ਕਰਦੇ। ਐਦੂ ਸਖਤ ਸ਼ਬਦਾਵਲੀ ਕੀ ਕਹੇਗਾ ਕੋਈ ਬੰਦਾ? ਇਹੀ ਕਹਿ ਰਿਹਾ। ਜੇ ਤਾਂ ਪੰਜਾਬੀ ਬੰਦਾ ਕੋਈ ਕਹਿੰਦਾ ਹੋਵੇ ਫਿਰ ਉਹ ਤਾਂ ਕਹਿਣਗੇ ਦੇਖੋ ਜੀ ਅੱਤਵਾਦ ਵੱਲ ਜਾ ਰਹੇ ਨੇ। ਉਹ ਤਾਂ ਉਹ ਨਹੀਂ ਕਹਿ ਰਿਹਾ, ਉਹ ਤਾਂ ਮਤਲਬ ਇੱਕ ਹੋਰ ਪਾਰਟੀ ਦਾ ਵੱਡਾ ਲੀਡਰ ਕਹਿ ਰਿਹਾ। ਤੇ ਇਹਦੇ ਨਾਲ ਦੀ ਨਾਲ ਇੱਕ ਦੂਸਰਾ ਜਿਹੜਾ ਸਤਪਾਲ ਮਲਿਕ ਮੇਘਾਲਿਆ ਦੇ ਗਵਰਨਰ ਨੇ, ਪਹਿਲਾਂ ਵੀ ਉਹ 2-3 ਵਾਰ ਬੋਲੇ ਨੇ, ਅੱਜ ਉਹ ਰਾਜਸਥਾਨ ਦੇ ਵਿੱਚ ਆਏ ਹੋਏ ਸੀ, ਅੱਜ ਉਹਨਾਂ ਨੇ ਮੁੜ ਕੇ ਦੁਬਾਰਾ ਇਹ ਕਿਹਾ। ਉਹ ਕਹਿੰਦੇ ਮੇਰੀ ਤਾਂ ਲੜਾਈ ਇਸ ਗੱਲ ਤੇ ਹੋ ਚੁੱਕੀ ਹੈ ਮੋਦੀ ਤੇ ਅਮਿਤ ਸ਼ਾਹ ਨਾਲ ਵੀ, ਕਿ ਤੁਸੀਂ ਨਾ ਐਵੇਂ ਕਰੋ ਕਿਸਾਨਾਂ ਨੂੰ, ਘੱਟੋ ਘੱਟ ਜਿਹੜਾ MSP ਦੀ ਖਰੀਦ ਦੀ ਗਰੰਟੀ ਦਾ ਕੋਈ ਕਾਨੂੰਨ ਬਣਾ ਦਿਓ ਤੇ ਮੁੱਦਾ ਸੁਲਝ ਸਕਦਾ ਹੈ। ਵਰਨਾ ਦੁਬਾਰਾ ਉਹਨੇ ਫਿਰ 3 ਵਾਰ ਇਹ ਦੁਹਰਾਇਆ ਕਿ ਕਿਸਾਨਾਂ ਨੂੰ ਇੰਨਾ ਮਤਲਬ ਤੁਸੀਂ ਪਰੇਸ਼ਾਨ ਨਾ ਕਰੋ, ਖਾਸ ਤੌਰ 'ਤੇ ਸਿੱਖਾਂ ਨੂੰ। ਉਹ ਅੱਜ ਤਾਂ ਉਹਨੇ ਇਹ ਕਿਹਾ ਕਿ ਸਿੱਖਾਂ ਦੇ ਵਿੱਚੋਂ ਇਹ ਹੈ ਕਿ ਉਹਨਾਂ ਦੇ ਗੁਰੂ ਨਿਹੱਥੇ ਟਾਈਪ ਦੇ ਹੋਣ ਦੇ ਬਾਵਜੂਦ ਮੁਗਲ ਸਲਤਨਤ ਨਾਲ ਲੜਦੇ ਰਹੇ ਨੇ ਇੰਨੇ ਸਾਲ, ਤੇ ਤੁਸੀਂ ਐਵੇਂ ਇਹਨਾਂ ਨੂੰ ਉਸ ਪਾਸੇ ਵੱਲ ਨਾ ਧੱਕੋ, ਤੇ ਇਹਨਾਂ ਨੂੰ ਤੁਸੀਂ ਕਹੋਗੇ ਐਵੇਂ ਚਲੇ ਜਾਣਗੇ ਬਿਨਾਂ ਕੁਝ ਲਏ, ਬਿਨਾਂ ਕੁਛ ਗੱਲ ਤੋਂ, ਇਹ ਸੰਭਵ ਨਹੀਂ ਹੈ। ਮਤਲਬ ਉਹ ਸਾਰੇ ਲੋਕ ਕਹਿ ਰਹੇ ਨੇ, ਸਾਰੇ ਲੋਕਾਂ ਦੇ ਕਹਿਣ ਦੇ ਬਾਵਜੂਦ ਨਾਲ ਉਹ ਇਹ ਵੀ ਕਹਿ ਰਿਹਾ ਹੈ ਕਿ ਯੂਪੀ, ਮੈਂ ਮੇਰਠ ਦੇ ਨੇੜੇ ਹੈ, ਮੇਰਠ ਦੇ ਇਲਾਕੇ ਦੇ ਕਿਸੇ ਪਿੰਡ 'ਚ BJP ਦਾ ਕੋਈ ਆਗੂ ਵੜ ਨਹੀਂ ਸਕਦਾ, ਤੇ ਸਾਨੂੰ ਚੋਣਾਂ 'ਚ ਵੀ ਲਾਸ ਹੋਏਗਾ ਇਸ ਗੱਲ ਦਾ, ਇਸ ਲਈ ਮੰਨ ਲਓ। ਤਾਂ ਇਹਦੇ ਤੇ ਪਿੱਛੋਂ ਲੋਕ ਕੀ ਦੇਖਦੇ ਨੇ ਫਿਰ? ਇਹ ਕਾਰਨ ਕੀ ਹੈ? ਕਾਰਨ ਇਹ ਦੇਖਦੇ ਨੇ, ਜਿਵੇਂ ਰਾਕੇਸ਼ ਟਕੈਤ ਕਹਿੰਦਾ ਕਈ ਵਾਰ ਪਹਿਲਾਂ ਵੀ ਕਿਹਾ, ਕਿ ਇਹ ਸਰਕਾਰ ਸਿਆਸਤ BJP ਦੀ ਨਹੀਂ ਹੈ, ਸਿਆਸੀ ਤੌਰ 'ਤੇ ਨਹੀਂ ਹੈ। ਇਹ ਸਿਆਸਤ ਉਹ ਕਹਿੰਦਾ ਕਿ 2 ਬੰਦਿਆਂ ਦੀ ਸਰਕਾਰ ਹੈ, ਮੋਦੀ ਤੇ ਅਮਿਤ ਸ਼ਾਹ ਦੀ। ਉਹਦੇ ਪਿੱਛੇ ਕਾਰਪੋਰੇਟ ਹੈ, ਉਹਦੇ ਪਿੱਛੇ ਕਾਰਪੋਰੇਟ 2 ਘਰਾਣੇ ਨੇ, ਉਹ ਆਪਣੇ ਮੁਤਾਬਕ ਚਲਾਉਂਦੇ ਨੇ, ਕਿਉਂਕਿ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਉਹ ਕਹਿੰਦਾ ਵੀ ਜੇ ਕਾਰਪੋਰੇਟ ਨੂੰ ਇਹ ਲੱਗਦਾ ਹੈ ਕਿ ਜੇ ਸਰਕਾਰ ਇਹ 'ਤੇ ਪਿੱਛੇ ਹਟ ਗਈ ਤਾਂ ਹੋਰ ਪੰਡੋਰਾ ਬਾਕਸਸ ਖੁੱਲ੍ਹ ਜਾਣਗੇ, ਤੇ ਸਾਡੇ 'ਤੇ ਹੋਰ ਮਤਲਬ ਸਾਡਾ ਜਿਹੜਾ ਲੁੱਟ ਹੈ ਕਾਰੋਬਾਰ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਅੰਬਣ ਮੱਤਾ ਪੈਸਾ ਲੋਕਾਂ ਤੋਂ ਹਾਸਲ ਕਰ ਲੈਣਾ ਫਾਇਦੇਮੰਦ, ਉਹ ਗੁਨਾਹ ਜ਼ਰੂਰ ਹੈ, ਉਹਦੇ 'ਤੇ ਅਸਰ ਪਊਗਾ। ਇਸ ਕਰਕੇ ਸ਼ਾਇਦ ਉਹ ਮਤਲਬ ਦੇਖਦੇ ਹੋਏ ਵੀ ਸਭ ਕੁਝ, ਸਾਰੀਆਂ ਚੀਜ਼ਾਂ, ਸਾਰੀਆਂ ਘਟਨਾਵਾਂ, ਤਾਂ ਵੀ ਗੱਲ ਨਹੀਂ ਕਰ ਰਹੇ, ਤਾਂ ਵੀ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਸਨਮੁਖ ਕਿਸਾਨ ਅੰਦੋਲਨ ਕੀ ਰੁਖ ਤਿਆਰ ਕਰ ਸਕਦਾ ਹੈ? ਕਿਸਾਨ ਅੰਦੋਲਨ ਦੀ ਇੱਕ ਸਭ ਤੋਂ ਬੜੀ ਕਾਬਲੀਅਤ ਮੇਰਾ ਖਿਆਲ ਹੈ ਇਹ ਹੈ, ਕਾਮਯਾਬੀ ਇਹ ਹੈ ਕਾਬਲੀਅਤ ਦੇ ਨਾਲ ਆਗੂਆਂ ਦੀ, ਕਿ ਉਹ ਅਜੇ ਤੱਕ ਇਕੱਠਾ ਹੈ। ਜਿੰਨੇ ਵੀ ਉਹਨੂੰ ਤੋੜਨ ਦੀਆਂ ਗੱਲਾਂ ਹੋਈਆਂ ਨੇ ਉਹ ਟੁੱਟਿਆ ਨਹੀਂ ਹੈ। ਉਹਦੇ ਪਿੱਛੇ 2 ਗੱਲਾਂ ਨੇ ਨਾ ਟੁੱਟਣ ਦੇ। ਹਾਲਾਂਕਿ ਵੱਖ-ਵੱਖ ਟਾਈਪ ਦੀਆਂ ਵਿਚਾਰਧਾਰਾਵਾਂ ਦੀਆਂ ਉਹ ਜਥੇਬੰਦੀਆਂ ਨੇ, ਕੋਈ ਕਿਸੇ ਬੈਕਗਰਾਊਂਡ ਤੋਂ ਹੈ, ਕੋਈ ਕਿਸੇ ਤੋਂ। ਉਹਦੇ ਪਿੱਛੇ ਇਹ ਹੈ ਕਿ ਪੂਰੇ ਲੋਕਾਂ ਨੂੰ ਇਹ ਲੱਗ ਰਿਹਾ, ਜਿਹੜੇ ਕਿਸਾਨੀ ਦੇ ਵਿੱਚ ਨੇ ਜਾਂ ਬਾਕੀ ਦੇ ਲੋਕ, ਕਿ ਹੁਣ ਇਹ ਲਾਸਟ ਲੜਾਈ ਵਾਂਗ ਇਹਨੂੰ ਲੈ ਰਹੇ ਨੇ, ਕਿ ਹੋਂਦ ਦੀ ਲੜਾਈ ਹੈ। ਜੇ ਐਡਾ ਵੱਡਾ ਤੇ ਇੰਨਾ ਲੰਮਾ ਤੇ ਸ਼ਾਂਤਮਈ ਅੰਦੋਲਨ, ਜਿਹਨੇ ਦੁਨੀਆ ਪੱਧਰ ਦੇ ਉੱਤੇ ਇੱਕ ਨਾਮ ਬਣਾਇਆ ਤੇ ਦੁਨੀਆ ਪੱਧਰ ਦੇ ਉੱਤੇ ਇਹ ਸਾਬਤ ਕੀਤਾ ਹੈ, ਜਿਹਨੂੰ ਨੋਮ ਚਮਸਕੀ ਵੀ ਬੀਕਨ ਆਫ ਲਾਈਟ ਕਹਿ ਰਿਹਾ, ਮਤਲਬ ਰੋਸ਼ਨੀ ਦੀ ਕਿਰਨ ਦੇ ਤੌਰ 'ਤੇ ਦੇਖ ਰਹੇ ਨੇ ਲੋਕ, ਔਰ ਉਹ ਵੀ ਕਾਮਯਾਬ ਨਹੀਂ ਹੁੰਦਾ ਜੇਕਰ, ਤਾਂ ਇਹ ਡੈਮੋਕ੍ਰੇਸੀ ਲਈ ਤੇ ਇਨਸਾਨੀਅਤ ਲਈ ਬਹੁਤ ਖਤਰਨਾਕ ਬਣ ਜਾਊਗਾ ਉਸ ਸਪਿਰਿਟ ਦੇ ਨਾਲ। ਕਿਉਂਕਿ ਲੋਕਾਂ ਦੀ ਇਹ ਸਪਿਰਿਟ ਹੈ ਕਿ ਇਹ ਅੰਦੋਲਨ ਕਾਮਯਾਬ ਰਹਿਣਾ ਚਾਹੀਦਾ ਹੈ। ਇਕੱਲੇ ਕਿਸੇ ਆਗੂ ਦੀ ਸਪਿਰਿਟ ਨਹੀਂ, ਕਿਸੇ ਜਥੇਬੰਦੀ ਦੀ ਨਹੀਂ, ਉਹਨਾਂ ਦਾ ਰੋਲ ਹੈ ਵੱਡਾ, ਪਰ ਨਾਲ ਲੋਕ ਚਾਹੁੰਦੇ ਨੇ ਕਿ ਇਹ ਅੰਦੋਲਨ ਜਿੱਤੇ। ਇਹ ਆਰ ਤੇ ਪਾਰ ਦੀ ਲੜਾਈ ਦੀ ਜਿਹੜੀ ਇੱਕ ਗੱਲ ਹੈ। ਇਸੇ ਕਰਕੇ ਤੁਸੀਂ ਦੇਖਿਆ ਕਿ ਜਿਹੜੀ ਜਥੇਬੰਦੀ ਇੱਧਰ ਉੱਧਰ ਹੋਣ ਦੀ ਟਰਾਈ ਕਰਦੀ ਹੈ ਜਾਂ ਆਗੂ, ਲੋਕ ਉਹਦੇ ਖਿਲਾਫ ਭੁਗਤਦੇ ਨੇ, ਮੁੜ ਕੇ ਫਿਰ ਉਹ ਲਾਈਨ 'ਚ ਚਲਾ ਜਾਂਦਾ ਵੀ ਹਾਂ ਆਪਾਂ ਨੂੰ ਇਸ ਤਰੀਕੇ ਨਾਲ ਮਿਲ ਕੇ ਚੱਲਣਾ ਚਾਹੀਦਾ। ਇੱਕ ਤਾਂ ਇਹ ਇਹਦੀ ਕਾਮਯਾਬੀ ਹੈ, ਇਹਨੂੰ ਸ਼ਾਇਦ ਮਤਲਬ ਕਾਮਯਾਬ ਰੱਖਣ ਦੇ ਵਿੱਚ, ਜਿਵੇਂ ਆਹ ਘਟਨਾ ਵੀ ਵਾਪਰੀ ਹੈ ਜਿਹੜੀ ਨਿਹੰਗਾਂ ਵਾਲੇ ਮਾਮਲੇ ਦੇ ਵਿੱਚ, ਔਰ ਉਹਨਾਂ ਨੇ ਹੱਥ ਵੱਢਿਆ ਤੇ ਲੱਤ ਵੱਢੀ, ਕਿਹਾ ਇਹ ਗਿਆ ਕਿ ਸਰਬਲੋਕ ਗ੍ਰੰਥ ਹੈ, ਜਾਂ ਪਹਿਲਾਂ 10ਮ ਗ੍ਰੰਥ ਵੀ ਕਿਹਾ ਗਿਆ, ਕਿ ਉਹ ਕਨਫਿਊਜ਼ਨ ਚੱਲ ਰਿਹਾ ਉਸ ਲੈਵਲ ਦਾ ਕਿ ਹੋਇਆ। ਹਾਲਾਂਕਿ ਇੱਕ ਗਰੁੱਪ, ਜਿਹੜਾ ਗਰੁੱਪ ਪਹਿਲਾਂ ਵੀ ਕਿਸਾਨ ਅੰਦੋਲਨ 'ਚ ਨੂੰ ਮਤਲਬ 2-3 ਦਰਾੜਾਂ ਪੈਦਾ ਕੀਤੀਆਂ, ਇੱਕ ਦਰਾੜ ਇਹ ਪੈਦਾ ਕੀਤੀ ਕਿ ਇਹ ਕਾਮਰੇਡ ਵਰਸਜ ਪੰਥਕ ਹੋ ਜੇ, ਦੂਜੀ ਦਰਾੜ ਇਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਨੌਜਵਾਨ ਵਰਸਜ ਬਜ਼ੁਰਗ ਹੋ ਜੇ,
ਲੀਡਰ ਦੇ ਤੌਰ ਤੇ, ਜਿਹੜੇ ਵੱਡੇ ਪੱਧਰ ਦੇ ਉੱਤੇ ਇਹਨੂੰ ਉਭਾਰਨ ਦੀ ਟਰਾਈ ਕੀਤੀ। ਹੁਣ ਇਸ ਘਟਨਾ ਤੋਂ ਬਾਅਦ ਜਿਹੜੀ ਇੱਥੇ ਵਾਪਰੀ ਹੈ ਸਿੰਘੂ ਦੇ ਵਿੱਚ, ਇਦੋਂ ਬਾਅਦ ਦੁਬਾਰਾ ਫਿਰ ਕੋਸ਼ਿਸ਼ ਹੋ ਰਹੀ ਹੈ ਪੰਥਕ ਜਥੇਬੰਦੀਆਂ ਵਰਸਸ ਬਨਾਮ ਕਾਮਰੇਡ ਬਣਾਉਣ ਦੀ। ਪਹਿਲੀਆਂ ਝੱਟਾਂ ਜਿਹੜੀਆਂ ਇਹ ਚੱਲ ਚੁੱਕਿਆ ਅੰਦੋਲਨ, ਹੁਣ ਵੀ ਸੰਯੁਕਤ ਮੋਰਚੇ ਨੇ ਜੋ ਓਵਰਆਲ ਸਟੈਂਡ ਲਿਆ ਇਕੱਠੇ ਤੌਰ ਦੇ ਉੱਤੇ, ਉਸ ਘਟਨਾ ਦੀ ਨਿੰਦਾ ਕੀਤੀ ਹੈ, ਕਿਉਂਕਿ ਇਨਸਾਨੀਅਤ ਦਾ ਐਂਗਰ, ਸਿੱਖੀਜ਼ਮ ਖਾਸ ਤੌਰ ਦੇ ਉੱਤੇ ਸਭ ਤੋਂ ਮਾਡਰਨ ਆਧੁਨਿਕ ਧਰਮ ਕਿਹਾ ਜਾਂਦਾ ਹੈ, ਅਤੇ ਸਰਬੱਤ ਦੇ ਭਲੇ ਦੇ ਜਿਹੜੇ ਇੱਕ ਕਨਸੈਪਟ ਹੈ, ਓਵਰਆਲ ਜਿਹੜੀਆਂ ਚੀਜ਼ਾਂ ਨੇ ਉਹਨੂੰ ਦੇਖਦਾ ਹੈ। ਔਰ ਜਦੋਂ ਖਾਸ ਤੌਰ 'ਤੇ ਇਹ ਦੇਖਿਆ ਜਾਂਦਾ ਕਿ ਸਿੱਖ ਘੱਟੋ ਘੱਟ ਯੂਰਪ ਤੋਂ ਦੇ ਨਾਲ ਮੈਚ ਕਰਕੇ ਆਪਣੇ ਆਪ ਨੂੰ ਵੀ ਗੱਲ ਕਰਦੇ ਨੇ। ਜਦੋਂ ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਗੱਲ ਆਈ ਸੀ ਤਾਂ ਇੱਥੇ ਵੱਡੇ ਪੱਧਰ ਦੇ ਉੱਤੇ ਇੱਕ ਮੁਜ਼ਾਹਰੇ ਹੋਏ ਕਿ ਫਾਂਸੀ ਦੀ ਸਜ਼ਾ ਹੀ ਮਾਫ ਹੋਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਫਾਂਸੀ ਦੀ ਸਜ਼ਾ ਨਹੀਂ। ਲੌਜਿਕ ਕੀ ਸੀ? ਲੌਜਿਕ ਇਹ ਸੀ ਕਿ ਤੁਸੀਂ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੇ ਤਾਂ ਮਾਡਰਨ ਯੁੱਗ 'ਚ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਅਤੇ ਅੱਜ ਜਿਹੜੇ ਸੱਜਣ ਮਾਰਨ 'ਤੇ ਵੀ ਵਾਹਵਾ ਕਰ ਰਹੇ ਨੇ, ਇਹਦਾ ਮਤਲਬ ਕਿਸਾਨ ਅੰਦੋਲਨ ਉਹਨਾਂ ਤੋਂ ਜ਼ਿਆਦਾ ਸਿਆਣਪ ਨਾਲ ਇੱਕ ਤਰੀਕੇ ਦੀ ਗੱਲ ਕਰ ਰਿਹਾ ਕਿ ਇਹਦੀ ਜਾਂਚ ਕਰੋ, ਜਾਂਚ ਕਰਕੇ ਵੱਡੇ ਪੱਧਰ 'ਤੇ ਜੋ ਉਹਦੇ ਪਿੱਛੇ ਸਾਜ਼ਿਸ਼ ਹੈ ਉਹਨੂੰ ਸਾਹਮਣੇ ਲਿਆਓ, ਅਤੇ ਸਾਹਮਣੇ ਲਿਆ ਕੇ ਸਾਜ਼ਿਸ਼ ਨੂੰ ਦੇਖਿਆ ਜਾ ਸਕਦਾ, ਅਤੇ ਜਿਹੜੇ ਬੰਦੇ ਸਾਜ਼ਿਸ਼ ਕਰਤਾ ਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬੇਅਦਬੀ ਦਾ ਸਵਾਲ 2015 ਤੋਂ ਬਹੁਤ ਵੱਡਾ ਸਵਾਲ ਹੈ ਸਾਡੇ ਸਾਹਮਣੇ। ਔਰ 2015 ਦੇ ਵਿੱਚ ਐਡਾ ਜਿੱਡਾ ਕਿਸਾਨ ਅੰਦੋਲਨ ਨਾਲ ਲੋਕ ਆਏ ਸੀ, ਇੱਕ ਵਾਰ ਪੰਜਾਬ ਦੇ ਲੋਕ ਉੱਡੇ ਹੀ ਦਿਖਾਈ ਦਿੰਦੇ ਸੀ। ਲਗਾਤਾਰ ਸਟੇਟ ਗੌਰਮੈਂਟ ਵੜ ਨਹੀਂ ਸੀ ਸਕਦੀ ਪਿੰਡਾਂ ਦੇ ਵਿੱਚ, ਪਰ ਕਿਉਂਕਿ ਲੀਡਰਸ਼ਿਪ ਦੀ ਕੁਆਲਿਟੀ ਸਾਹਮਣੇ ਨਹੀਂ ਆਈ, ਲੀਡਰਸ਼ਿਪ ਨੇ ਉਹ ਬਿਲਕੁਲ ਤੁਰੰਤ ਮਾਰਤੀ ਐਡੀ ਵੱਡੀ ਮੂਵਮੈਂਟ। ਜਦੋਂ ਇੱਕ ਸਰਬੱਤ ਖਾਲਸਾ ਬੁਲਾਇਆ, ਲੱਖਾਂ ਲੋਕ ਆਪਣੇ ਆਪ ਗਏ ਸੀ, ਅਤੇ ਉੱਥੇ ਕੀ ਕੀਤਾ ਤੁਸੀਂ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੱਲੀ 'ਤੇ ਫੋਕਸ ਰੱਖਣ ਦੀ ਬਜਾਏ ਤੁਸੀਂ ਮਤਵਾਜੀ ਜਥੇਦਾਰ ਬਣਾਤੇ, ਵੱਖ-ਵੱਖ ਚੀਜ਼ਾਂ ਹੋਰ ਸਿਰਤੀਆਂ, ਉਹ ਤੋਂ ਆਪਣੀ ਪੋਲੀਟਿਕਸ ਕੱਢਣ ਲੱਗ ਗਏ। ਉਹ ਸਾਰੇ ਸਿਸਟਮ ਦੇ ਵਿੱਚੋਂ ਕੀ ਉਹ ਇੰਨਾ ਲੋਕਾਂ ਦਾ ਗੁੱਸਾ ਜਿਹੜਾ ਸੀ, ਠਰਮੇ ਵਾਲਾ ਗੁੱਸਾ, ਇੱਕ ਚੰਗੇ ਤਰੀਕੇ ਦੀ ਇੱਕ ਅਲਟਰਨੇਟਿਵ ਵਾਲੀ ਮੂਵਮੈਂਟ ਲੀਡਰਲੈਸ ਹੋਣ ਕਰਕੇ ਮੇਰਾ ਖਿਆਲ ਉਹ ਹੋਈ। ਜਦੋਂ ਫਾਰਮਰ ਲੀਡਰਸ਼ਿਪ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਲੀਡਰਸ਼ਿਪ ਨੇ ਇੱਕ ਹੱਦ ਤੱਕ ਇਸ ਮੋਰਚੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੋ ਚੀਜ਼ਾਂ ਮੈਨੂੰ ਲੱਗਦਾ ਕਰਨਗੇ। ਇੱਕ ਇਕਜੁੱਟ ਰਹਿਣਾ, ਅੰਦੋਲਨ ਨੂੰ ਸ਼ਾਂਤਮਈ ਰੱਖ ਪਾਉਣਾ, ਜਿਹੜੀਆਂ ਵੀ ਉਹ ਅੰਦੋਲਨ ਦੇ ਵਿੱਚ ਟਰਾਈ ਕਰਨ ਵਾਲੀਆਂ ਕੁਝ ਐਸੀਆਂ ਫੋਰਸਜ਼ ਨੇ ਉਹਨਾਂ ਨੂੰ ਅਲੱਗ ਥਲੱਗ ਕਰਨਾ। ਔਰ ਇਹ ਮੇਰਾ ਖਿਆਲ ਹੈ ਵੱਡਾ ਇੱਕ ਮਾਮਲਾ ਹੈ, ਜਿਹੜਾ ਚੁਣੌਤੀ ਵੀ ਹੈ ਬਹੁਤ ਵੱਡੀ, ਅਤੇ ਇੱਕ ਨਵੀਂ ਚੁਣੌਤੀ ਹੈ ਕਿ ਅਗਲੀਆਂ ਚੋਣਾਂ ਜਿਹੜੀਆਂ 2022 ਦੀਆਂ ਨੇ ਉਹਦੇ ਨਾਲ ਕਿਵੇਂ ਨਜਿੱਠਣਗੇ। ਬਹੁਤ ਔਖੀ ਚੁਣੌਤੀ ਹੈ। ਪੰਜਾਬ ਦੇ ਲੋਕ ਇੱਕ ਨਵੇਂ ਟਾਈਪ ਦੇ ਸਟੈਂਡ ਦੀ ਗੱਲ ਕਰਦੇ ਨੇ ਕਿ ਪੰਜਾਬ 'ਚ ਬਦਲ ਚਾਹੀਦਾ, ਕਿਉਂਕਿ ਯੂਪੀ, ਉੱਤਰਾਖੰਡ ਅਤੇ ਬਾਕੀ 4 ਰਾਜਾਂ ਦੇ ਵਿੱਚ ਤਾਂ ਬੀਜੇਪੀ ਗੌਰਮੈਂਟ ਹੈ, ਬੀਜੇਪੀ ਦੇ ਖਿਲਾਫ ਇਹਨਾਂ ਨੇ ਕਿਹਾ ਹੋਇਆ ਕਿ ਆਪਾਂ ਉਹਦੇ ਖਿਲਾਫ ਪ੍ਰਚਾਰ ਕਰਨਾ। ਇਹ ਕੁਝ ਚੁਣੌਤੀਆਂ ਨੇ, ਚੁਣੌਤੀਆਂ ਅੰਦੋਲਨ ਦੇ ਸਾਹਮਣੇ ਸ਼ੁਰੂ ਤੋਂ ਰਹੀਆਂ ਨੇ ਅਤੇ ਅਜੇ ਵੀ ਨੇ, ਅਤੇ ਮੈਨੂੰ ਲੱਗਦਾ ਕਿ ਇਹ ਚੁਣੌਤੀਆਂ ਨੂੰ ਵੀ ਸੰਯੁਕਤ ਮੋਰਚਾ ਆਪਣੀ ਲਿਆਕਤ ਅਤੇ ਆਪਣੇ ਸੰਜਮ ਦੇ ਨਾਲ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਕਿਸਾਨ ਅੰਦੋਲਨ ਬਾਰੇ ਮੁੱਲਵਾਨ ਵਿਚਾਰ ਸਾਂਝੇ ਕਰਨ ਲਈ ਸ਼ੁਕਰੀਆ ਸਰ। ਜੀ ਸ਼ੁਕਰੀਆ ਰਵਨੀ। ਵੇਲੇ ਦੀ ਗੱਲ ਵਿੱਚ ਫਿਲਹਾਲ ਇੰਨਾ ਹੀ, ਇਜਾਜ਼ਤ ਦਿਓ, ਸ਼ੁਕਰੀਆ।